ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 61 ਸ਼ਬਦ ਦੀ ਵਾਰੀ ਹੈ ਜੀ 61ਵੇਂ ਦੀ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਗੜ ਮੇਂ ਹਰ ਰਾਮ ਰਾਏ ਹੈ, ਕਿਛ ਸਾਧ ਨ ਪਾਵੇ ਤੀਠਾ। ਹਰ ਦੀਨ ਦਿਆਲ ਅਨਹਿ ਕੀਆ, ਹਰ ਗੁਰ ਸਬਦੀ ਚੱਕ ਡੀਠਾ। ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਓ, ਹਰ ਅਗਮ ਅਗੋਚਰ ਪਾਰ ਬ੍ਰਹਮ ਹੈ, ਮਿਲ ਸਤਗੁਰ ਲਾਗ ਬਸੀਠਾ। ਜਿਨ ਗੁਰ ਬਚਨ ਸੁਖਾਨੇ ਹੀਰੇ, ਤਿਨ ਆਗੇ ਆਣ ਪਰੀਠਾ। ਮਨਮੁਖ ਹੀਰਾ ਅਤ ਕਠੋਰ ਹੈ, ਤਿਨੇ ਅੰਤਰ ਕਾਰ ਕਰੀਠਾ। बसियर को बो दूध पियाइए, बिखनिक से फोल फुलीठा। हर प्रभ आन मिलावो गुर साधु, कस गरुड़ शब्द मुख लीठा। जन नानक गुर के लाले गोले, लग संगत करुआ मीठा। हर प्रभ आन मिलावो गुर साधु, कस गरुड़ शब्द मुख लीठा। जन नानक गुर के लाले गोले, ਲਗ ਸੰਗਤ ਕਰੁਆ ਮੀਠਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਸ ਸਰੀਰ ਰੂਪੀ ਦੇਹੀ ਕਿਲੇ ਵਿੱਚ ਰਾਜਾ ਰਾਮ ਰਾਜਾ ਸਾਮੀ ਵਸਦਾ ਹੈ। ਭਾਵ ਉਹ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਸਾਡੇ ਅੰਦਰ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਵਿਕਾਰਾਂ ਦੇ ਸੁਭਾਅ ਦਾ ਮਨੁੱਖ ਉਸ ਤੋਂ ਕੋਈ ਆਨੰਦ ਸਵਾਦ ਪ੍ਰਾਪਤ ਨਹੀਂ ਕਰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦੀਨਾਂ ਉੱਤੇ ਦਇਆ ਕਰਨ ਵਾਲੇ ਪਰਮੇਸ਼ਰ ਹਰੀ ਨੇ ਜਦ ਆਪਣੀ ਕਿਰਪਾ ਕੀਤੀ ਤਾਂ ਗੁਰੂ ਦੇ ਸ਼ਬਦ ਗੁਰਬਾਣੀ ਦੁਆਰਾ ਅਸਾਂ ਉਸ ਪਰਮੇਸ਼ਰ ਹਰੀ ਦਾ ਰਸ ਚੱਖ ਕੇ ਵੇਖ ਲਿਆ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਦੁਆਰਾ ਅਸੀਂ ਉਸ ਵਾਹਿਗੁਰੂ ਨੂੰ, ਆਪਣੇ ਮੂਲ ਨੂੰ ਪਹਿਚਾਨ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਰਾਮ, ਗੁਰਸ਼ਬਦ ਗੁਰਬਾਣੀ ਦੀ ਬਖਸ਼ਿਸ਼ ਦੁਆਰਾ ਹੁਣ ਕੀਤਾ ਹੋਇਆ ਪਰਮੇਸ਼ਰ ਹਰੀ ਦਾ ਕੀਰਤਨ ਮਿੱਠਾ ਲੱਗਦਾ ਹੈ ਜੀ। ਭਾਵ ਜਦੋਂ ਦਾ ਮਨ ਗੁਰਸ਼ਬਦ ਗੁਰਬਾਣੀ ਨਾਲ ਲੱਗਾ ਹੈ ਤਾਂ ਉਸ ਗੁਰਬਾਣੀ ਦਾ ਕੀਰਤਨ ਵੀ ਹੁਣ ਮਿੱਠਾ ਲੱਗਦਾ ਹੈ, ਆਨੰਦਮਈ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰੀ ਜੋ ਅਪਹੁੰਚ ਹੈ, ਜੋ ਇੰਦਰੀਆਂ ਦੀ ਦ੍ਰਿਸ਼ਟੀ ਤੋਂ ਪਰੇ ਪਾਰ ਬ੍ਰਹਮ ਹੈ ਜੀ। ਸਤਿਗੁਰੂ ਰੂਪ ਗੁਰਸ਼ਬਦ ਗੁਰਬਾਣੀ ਵਿਚੋਲੇ ਨਾਲ ਲੱਗ ਜਾਣ ਕਰਕੇ, ਭਾਵ ਉਸ ਨੂੰ ਅਪਣਾ ਕੇ ਉਹ ਮਿਲ ਪਿਆ ਹੈ ਜੀ। ਭਾਵ ਉਸ ਦੀ ਪਹਿਚਾਨ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੂੰ ਗੁਰਸ਼ਬਦ ਗੁਰਬਾਣੀ ਦੇ ਬਚਨ ਆਪਣੇ ਹਿਰਦੇ ਵਿੱਚ ਚੰਗੇ ਲੱਗੇ ਹਨ ਜੀ, ਪਰਮੇਸ਼ਰ ਹਰੀ ਨੇ ਗੁਰਸ਼ਬਦ ਗੁਰਬਾਣੀ ਨਾਮ ਤੇ ਕੀਰਤਨ ਰੂਪੀ ਭੋਜਨ ਦਾ ਪਰੋਸਿਆ ਹੋਇਆ ਥਾਲ ਉਹਨਾਂ ਅੱਗੇ ਰੱਖਿਆ ਹੈ ਜੀ। ਭਾਵ ਗੁਰੂ ਨੇ ਆਪਣੀ ਕਿਰਪਾ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨਮੁਖਾਂ ਦਾ ਹਿਰਦਾ ਪੱਥਰ ਵਾਂਗ ਸਖਤ ਹੈ ਜੀ, ਅਤੇ ਉਹਨਾਂ ਦੇ ਅੰਦਰੋਂ ਨਿਰੀ ਵਿਕਾਰਾਂ ਭਰੀ ਹੋਈ ਹੀ ਆਵਾਜ਼ ਆਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੱਪ ਨੂੰ ਭਾਵੇਂ ਜਿੰਨਾ ਮਰਜ਼ੀ ਦੁੱਧ ਪਿਆ ਦੇਈਏ, ਫਿਰ ਵੀ ਉਸ ਦੇ ਅੰਦਰੋਂ ਜ਼ਹਿਰ ਹੀ ਬਾਹਰ ਆਏਗਾ ਜੀ। ਭਾਵ ਫਿਰ ਵੀ ਸੱਪ
ਜ਼ਹਿਰ ਹੀ ਨਿਕਲੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਹਰੀ, ਤੁਸੀਂ ਮੈਨੂੰ ਗੁਰਸ਼ਬਦ ਗੁਰਬਾਣੀ ਰੂਪ ਸਾਧ ਨੂੰ ਮਿਲਾ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਗੁਰੂ ਦਾ ਸ਼ਬਦ ਗੁਰਬਾਣੀ ਰੂਪ ਮੰਤਰ ਉਚਾਰ ਕੇ ਜਪ ਕੇ ਅੰਦਰ ਰਚਿਆ ਤਾਂ ਮੇਰੇ ਅੰਦਰੋਂ ਜ਼ਹਿਰ ਦੂਰ ਹੋ ਗਏ ਜੀ। ਭਾਵ ਮੇਰੇ ਅੰਦਰੋਂ ਵਿਕਾਰ ਖਤਮ ਹੋ ਗਏ ਹਨ ਜੀ। ਫਿਰ ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪਰਮੇਸ਼ਰ, ਅਸੀਂ ਤੇਰੇ ਦਾਸ ਨੌਕਰ ਚਾਕਰ ਹਾਂ ਜੀ। ਗੁਰਸ਼ਬਦ ਗੁਰਬਾਣੀ ਰੂਪ ਸੰਗਤ ਨਾਲ ਲਗਾ ਕੇ ਤੁਸੀਂ ਸਾਡਾ ਵਿਕਾਰਾਂ ਵਾਲਾ ਸੁਭਾਅ ਮਿੱਠਾ ਕਰ ਦਿੱਤਾ ਹੈ ਜੀ। ਭਾਵ ਆਨੰਦਮਈ ਕਰ ਦਿੱਤਾ ਹੈ ਜੀ, ਸਬਰ ਵਾਲਾ ਕਰ ਦਿੱਤਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਪਿਛਲੇ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਰੀਰ ਨੂੰ ਕਾਮ ਕ੍ਰੋਧ ਨਾਲ ਭਰਿਆ ਹੋਇਆ ਨਗਰ ਦੱਸਿਆ ਸੀ। ਫਿਰ ਗੁਰੂ ਜੀ ਸਾਨੂੰ ਦੱਸਦੇ ਹਨ, ਪਰ ਗੁਰਸ਼ਬਦ ਗੁਰਬਾਣੀ ਰੂਪ ਸਾਧ ਗੁਰੂ ਦੀ ਕਿਰਪਾ ਨਾਲ ਜਦੋਂ ਪੰਜਾਂ ਚੋਰਾਂ ਨੂੰ, ਭਾਵ ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਹੰਕਾਰ ਨੂੰ ਖੰਡਲ ਖੰਡਾ ਕੀਤਾ, ਭਾਵ ਖਤਮ ਕੀਤਾ, ਤਾਂ ਇਹ ਕਿਲਾ ਰੂਪ ਨਗਰੀ, ਭਾਵ ਇਸ ਦੇਹੀ ਵਿੱਚ, ਜਿਸ ਵਿੱਚ ਤ੍ਰਿਭਣ ਧਣੀ ਰਾਮ ਰਾਜਾ ਵਸਦਾ ਸੀ, ਭਾਵ ਪਰਮੇਸ਼ਰ ਵਸਦਾ ਸੀ, ਵਾਹਿਗੁਰੂ ਵਸਦਾ ਸੀ, ਉਹ ਹੁਣ ਦਿਸ ਪਿਆ ਹੈ ਜੀ, ਜੋ ਸਾਡੇ ਅੰਦਰ ਹੀ ਹੈ ਜੀ। ਫਿਰ ਗੁਰੂ ਜੀ ਇਸ ਪੰਕਤੀ ਵਿੱਚ ਸਾਨੂੰ ਦੱਸਦੇ ਹਨ, ਹਰ ਦੀਨ ਦਿਆਲ ਅਨੇਕ ਰਹਿ ਕੀਆ, ਹਰ ਗੁਰਸਬਦੀ ਚੱਕ ਡੀਠਾ। ਸਾਰੇ ਮਹਾਂਪੁਰਸ਼ ਅਤੇ ਧਾਰਮਿਕ ਗ੍ਰੰਥ ਸਾਨੂੰ ਇਹੀ ਦੱਸਦੇ ਹਨ ਕਿ ਪਰਮੇਸ਼ਰ ਰੂਪ ਹਰੀ ਰਾਜਾ, ਰਾਮ ਰਾਜਾ ਹਿਰਦੇ ਰੂਪੀ ਮਨ ਵਿੱਚ ਹੀ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਅਸੀਂ ਇਤਨੇ ਅਗਿਆਨੀ ਹਾਂ ਕਿ ਇਸ ਗੱਲ ਤੇ ਸਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਸਾਡੀ ਬਿਰਤੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਅੰਤਰਮੁਖੀ ਹੋ ਜਾਵੇਗੀ, ਭਾਵ ਸਾਡੇ ਆਪਣੇ ਆਪ ਨੂੰ ਦੀ ਪਛਾਣ ਹੋ ਜਾਵੇਗੀ, ਤਾਂ ਆਪੇ ਹੀ ਸਾਨੂੰ ਸਤਿਗੁਰੂ ਜੀ ਦੇ ਰੂਪ ਗੁਰਸ਼ਬਦ ਗੁਰਬਾਣੀ ਅੰਮ੍ਰਿਤ ਰੂਪੀ ਬਚਨ ਸਿਖਾਉਣਗੇ ਜੀ, ਭਾਵ ਦੱਸਣਗੇ ਜੀ, ਔਰ ਅਸੀਂ ਉਸ ਨੂੰ ਮਹਿਸੂਸ ਕਰ ਸਕਾਂਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਰਸਮਈ ਅੰਮ੍ਰਿਤ ਭੋਜਨ ਦਾ ਪਰੋਸਿਆ ਹੋਇਆ ਥਾਲ ਸਾਡੇ ਅੱਗੇ ਰੱਖਿਆ ਜਾਵੇਗਾ ਜੀ, ਭਾਵ ਇੱਕ ਵਾਰੀ ਜਦੋਂ ਅਸੀਂ ਆਪਣੇ ਆਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਦਰ ਚ ਵਸਾ ਲਈਏ, ਤਾਂ ਫਿਰ ਅੰਮ੍ਰਿਤ ਭੋਜਨ ਦਾ ਪਰੋਸਿਆ ਹੋਇਆ ਥਾਲ, ਭਾਵ ਵਾਹਿਗੁਰੂ ਦੀ ਫਿਰ ਕਿਰਪਾ ਹੋਵੇਗੀ ਜੀ। ਤੇ ਉਹ ਹੀ ਕਈ 36 ਪ੍ਰਕਾਸ਼ ਦੇ ਭੋਜਨ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਨੁੱਖੀ ਮਨ ਵਿਸ਼ੇ ਵਿਕਾਰਾਂ ਦੀ ਕਾਲਖ ਨਾਲ ਕਾਰ ਕਰੀਠਾ ਹੋਣ ਤੇ ਹਿਰਦੇ ਰੂਪੀ ਮਹਿਲ ਵਿੱਚ ਨਿਵਾਸ ਕਰਨ ਵਾਲੇ ਵਾਹਿਗੁਰੂ ਜੀ ਦੇ ਦਰਸ਼ਨ ਤੋਂ ਆਪਣੇ ਵਿਕਾਰਾਂ ਕਰਕੇ ਵਾਂਝਿਆ ਰਹਿੰਦਾ ਹੈ ਜੀ।
ਫਿਰ ਗੁਰੂ ਜੀ ਦੱਸਦੇ ਹਨ ਕਿ ਪਰਮੇਸ਼ਰ ਹਰੀ ਦਾ ਕੀਰਤਨ ਉਸ ਨੂੰ ਮਿੱਠਾ ਲੱਗਦਾ ਹੈ ਜੀ, ਜੋ ਗੁਰਸ਼ਬਦ ਗੁਰਬਾਣੀ ਦੀ ਬਖਸ਼ੀ ਹੋਈ ਲਿਵ ਨਾਲ ਜਪ ਜਪ ਕੇ ਪਿਆਰ ਨਾਲ ਲਿਵ ਲਾ ਕੇ ਕੀਰਤਨ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕੀਰਤਨ ਮਨ ਦੀ ਕਠੋਰਤਾ ਅਤੇ ਮਨ ਨੂੰ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮੈਲ ਲਾ ਦਿੰਦਾ ਹੈ ਜੀ। ਭਾਵ ਵਿਕਾਰਾਂ ਨੂੰ ਖਤਮ ਕਰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਅੰਤਲੀ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਲਗ ਸੰਗਤ ਕਰੂਆ ਮੀਠਾ। ਸੋ ਇਸ ਸ਼ਬਦ ਦਾ ਸਿਧਾਂਤ ਹੈ ਕਿ ਜਗਿਆਸੂ ਦੀ ਬਾਹਰਮੁਖੀ ਬਿਰਤੀ ਵਿਕਾਰਾਂ ਤੇ ਹੋਣ ਕਰਕੇ ਇਸ ਦੇ ਮਨ ਨੂੰ ਗੁਰਸ਼ਬਦ ਗੁਰਬਾਣੀ ਨਾਮ ਮਿੱਠਾ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਦੋਂ ਗੁਰਸ਼ਬਦ ਗੁਰਬਾਣੀ ਨਾਮ ਅਤੇ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਫਿਰ ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਘਸ ਗਰੁੜ ਸ਼ਬਦ ਮੁਖਲੀਠਾ ਵਾਲਾ ਅਭਿਆਸ ਪੱਕ ਜਾਂਦਾ ਹੈ ਜੀ। ਫਿਰ ਹਰੀ ਰਾਜੇ ਅੱਗੇ, ਪਰਮੇਸ਼ਰ ਅੱਗੇ ਬੇਨਤੀ ਕਰਨ ਦੀ ਲੋੜ ਹੈ ਜੀ ਕਿ ਉਹ ਸਾਡੇ ਤੇ ਕਿਰਪਾ ਕਰੇ ਜੀ। ਹਰੀ ਰਾਜਾ ਭਾਵ ਪਰਮੇਸ਼ਰ ਅੱਗੇ, ਵਾਹਿਗੁਰੂ ਅੱਗੇ ਬੇਨਤੀ ਕਰਨੀ ਹੈ ਜੀ ਕਿ ਉਹ ਸਾਡਾ ਧਿਆਨ ਗੁਰਸ਼ਬਦ ਗੁਰਬਾਣੀ ਦੇ ਨਾਲ ਜੋੜ ਕੇ ਗੁਰਮਤਿ ਦੀ ਜ਼ਿੰਦਗੀ ਬਿਤਾਉਣ ਦਾ ਸਾਨੂੰ ਸੋਝੀ ਦੇਵੇ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।